ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਾਜਬੀਰ ਕੌਰ ਹੈ। ਮੈਂ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਪੰਜਾਬੀ ਅਧਿਆਪਿਕਾ ਸੇਵਾ ਨਿਭਾ ਰਹੀ ਹਾਂ। ਅੱਜ ਅਸੀਂ 11ਵੀਂ ਜਮਾਤ ਦੇ 94ਵੀਂ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਿਲ ਆਧੁਨਿਕ ਪੰਜਾਬੀ ਕਾਵਿ ਝਲਕਾਂ ਅਤੇ ਇਤਿਹਾਸ ਪੁਸਤਕ ਵਿੱਚ ਦਰਜ ਪੰਜਾਬੀ ਦੀ ਇੱਕ ਮਹੱਤਵਪੂਰਨ ਕਵਿੱਤਰੀ ਅਤੇ ਵਾਰਤਕਾਰ ਅੰਮ੍ਰਿਤਾ ਪ੍ਰੀਤਮ ਜੀ ਦੀ ਲਿਖੀ ਹੋਈ ਕਵਿਤਾ 12 ਮਾਹ ਬਾਰੇ ਗੱਲਬਾਤ ਕਰਾਂਗੇ। ਅੰਮ੍ਰਿਤਾ ਪ੍ਰੀਤਮ ਜੀ ਦਾ ਜਨਮ 31 ਅਗਸਤ 1919 ਈਸਵੀ ਨੂੰ ਗਿਆਨੀ ਕਰਤਾਰ ਸਿੰਘ ਹਿਤਕਾਰੀ ਦੇ ਘਰ ਗੁਜਰਾਂਵਾਲਾ ਪਾਕਿਸਤਾਨ ਵਿੱਚ ਹੋਇਆ। ਆਪ ਨੇ ਬਚਪਨ ਅਤੇ ਜਵਾਨੀ ਲਾਹੌਰ ਵਿੱਚ ਗੁਜ਼ਾਰੇ। 1947 ਤੱਕ ਆਪ ਲਾਹੌਰ ਰੇਡੀਓ ਲਈ ਗੀਤ, ਰੂਪਕ ਅਤੇ ਪੰਜਾਬੀ ਪੁਸਤਕ ਪੜਚੋਲ ਲਿਖਦੇ ਰਹੇ। ਦੇਸ਼ ਦੀ ਵੰਡ ਮਗਰੋਂ ਅੰਮ੍ਰਿਤਾ ਪ੍ਰੀਤਮ ਪਹਿਲਾਂ ਦੇਹਰਾਦੂਨ ਅਤੇ ਫਿਰ ਦਿੱਲੀ ਰਹੇ। ਇੱਥੇ ਹੀ ਉਹ ਆਲ ਇੰਡੀਆ ਰੇਡੀਓ ਨਵੀਂ ਦਿੱਲੀ ਵਿੱਚ ਅਨਾਉਂਸਰ ਅਤੇ ਸਕ੍ਰਿਪਟ ਰਾਈਟਰ ਲੱਗ ਗਏ। ਉਹ ਜੀਵਨ ਦੇ ਅੰਤ ਤੱਕ ਦਿੱਲੀ ਤੋਂ ਨਾਗਮਣੀ ਨਾਂ ਦਾ ਇੱਕ ਸਾਹਿਤਿਕ ਪੱਤਰ ਅਤੇ ਨਾਗਮਣੀ ਪ੍ਰਕਾਸ਼ਨ ਚਲਾਉਂਦੇ ਰਹੇ। ਅੰਮ੍ਰਿਤਾ ਪ੍ਰੀਤਮ ਨੇ ਆਪਣੇ ਕਵੀ ਪਿਤਾ ਦੀ ਪ੍ਰੇਰਨਾ ਨਾਲ ਕਵਿਤਾਵਾਂ ਲਿਖਣੀਆਂ ਆਰੰਭ ਕੀਤੀਆਂ। ਧੀ ਦਾ ਦਿਲ ਵਧਾਉਣ ਲਈ ਆਪ ਦੇ ਪਿਤਾ ਜੀ ਆਪ ਦੀਆਂ ਕਵਿਤਾਵਾਂ ਮਾਸਕ ਪੱਤਰ ਰਣਜੀਤ ਨਗਾਰਾ ਵਿੱਚ ਛਾਪ ਦਿੰਦੇ ਸਨ। ਆਪ ਦੀਆਂ ਇਸ ਸਮੇਂ ਦੀਆਂ ਰਚਨਾਵਾਂ ਧਾਰਮਿਕ ਅਤੇ ਰਵਾਇਤੀ ਰੰਗਤ ਦੀਆਂ ਸਨ। ਹੌਲੀ-ਹੌਲੀ ਆਪ ਦੀ ਕਲਾ ਨੇ ਵਿਕਾਸ ਕੀਤਾ। ਜੀਵਨ ਪ੍ਰਤੀ ਆਪ ਦਾ ਦ੍ਰਿਸ਼ਟੀਕੋਣ ਵੀ ਬਦਲ ਗਿਆ। ਵਿਸ਼ਾ ਖੇਤਰ ਚੌੜਾ ਹੁੰਦਾ ਗਿਆ ਅਤੇ ਆਪ ਇੱਕ ਕਵਿੱਤਰੀ ਤੋਂ ਵੱਧ ਕੇ ਪੰਜਾਬ ਦੀ ਆਵਾਜ਼ ਬਣ ਗਏ। ਅੰਮ੍ਰਿਤਾ ਪ੍ਰੀਤਮ ਦੀ ਵਧੇਰੇ ਪ੍ਰਭਾਵਸ਼ਾਲੀ ਕਵਿਤਾ ਇਸਤਰੀ ਦੀ ਸਥਿਤੀ ਪ੍ਰਗਟਾਉਣ ਵਾਲੀ ਕਵਿਤਾ ਹੈ। ਆਪ ਨੇ ਰਵਾਇਤੀ ਕਵਿਤਾ ਦੀ ਵਲਗਣ ਚੋਂ ਨਿਕਲ ਕੇ ਨਿੱਜੀ ਪੀੜ ਅਤੇ ਲੋਕ ਪੀੜਾ ਨੂੰ ਵਿਸ਼ਾਗਤ ਕੀਤਾ ਹੈ। ਇਸਤਰੀ ਨੂੰ ਜਗਾਉਣ ਲਈ ਆਪ ਜੀ ਦੀ ਕਵਿਤਾ ਨੇ ਅਹਿਮ ਭੂਮਿਕਾ ਨਿਭਾਈ ਹੈ। ਦੇਸ਼ ਵੰਡ ਸਮੇਂ ਰਚਿਆ ਆਪ ਦਾ ਕਾਵਿ ਸੰਗ੍ਰਹਿ ਮੈਂ ਤਵਾਰੀਖ ਹਾਂ ਹਿੰਦ ਦੀ ਬਹੁਤ ਹੀ ਪ੍ਰਭਾਵਸ਼ਾਲੀ ਸਿੱਧ ਹੋਇਆ। ਪੱਥਰ ਗੀਟੇ, ਲੰਮੀਆਂ ਵਾਟਾਂ ਅਤੇ ਸਰਗੀ ਵੇਲਾ ਵਿੱਚ ਆਪ ਦਾ ਕਾਵਿ ਰਚਨਾ ਦਾ ਸਿਖਰ ਵੇਖਿਆ ਜਾ ਸਕਦਾ ਹੈ। ਇਹਨਾਂ ਵਿੱਚ ਆਪ ਨੇ ਆਪਣੇ ਨਿੱਜੀ ਭਾਵਾਂ ਨੂੰ ਲੋਕ ਭਾਵਾਂ ਨਾਲ ਪੂਰੀ ਤਰ੍ਹਾਂ ਇਕਸੁਰ ਕਰ ਦਿੱਤਾ ਹੈ। ਆਪ ਦੀਆਂ ਦੇਸ਼ ਵੰਡ ਸਮੇਂ ਲਿਖੀਆਂ ਕਵਿਤਾਵਾਂ ਵਿੱਚ ਸਰੋਦੀ ਹੂਕ ਬੜੀ ਤਿੱਖੀ ਹੈ। ਅੰਮ੍ਰਿਤਾ ਪ੍ਰੀਤਮ ਦੀਆਂ ਕੁਝ ਹੋਰ ਪ੍ਰਮੁੱਖ ਰਚਨਾਵਾਂ ਹਨ: ਕਸਤੂਰੀ ਤੇ ਨਾਗਮਣੀ, ਕਾਗਜ਼ ਤੇ ਕੈਨਵਸ, ਅਸ਼ੋਕਾ ਚੇਤੀ, 7 ਟਹਿਣੀਆਂ, 70 ਪੱਤੇ, ਸੁਨੇਹੜੇ ਆਦਿ ਆਪ ਦੀਆਂ ਕੁਝ ਪ੍ਰਮੁੱਖ ਰਚਨਾਵਾਂ ਹਨ। ਅੰਮ੍ਰਿਤਾ ਪ੍ਰੀਤਮ ਨੇ ਨਾਵਲ ਅਤੇ ਕਹਾਣੀਆਂ ਵੀ ਲਿਖੀਆਂ ਹਨ। ਇਹਨਾਂ ਦੇ ਵਿਸ਼ੇ ਕਵਿਤਾਵਾਂ ਵਾਲੇ ਹੀ ਹਨ। ਡਾਕਟਰ ਦੇਵ, ਪਿੰਜਰ ਅਤੇ ਆਲ੍ਹਣਾ ਆਪ ਦੇ ਪ੍ਰਸਿੱਧ ਨਾਵਲ ਹਨ। ਇਸ ਕਰਕੇ ਪੰਜਾਬੀ ਸਾਹਿਤ ਨੂੰ ਆਪ ਦੀ ਦੇਣ ਮਹੱਤਵਪੂਰਨ ਹੈ। ਅੰਮ੍ਰਿਤਾ ਪ੍ਰੀਤਮ ਨੂੰ ਆਪਣੀ ਸਾਹਿਤ ਰਚਨਾ ਕਰਕੇ ਬਹੁਤ ਸਾਰੇ ਮਾਣ ਸਨਮਾਨ ਪ੍ਰਾਪਤ ਹੋਏ ਹਨ, ਜਿਨ੍ਹਾਂ ਵਿੱਚ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ, ਪਦਮ ਸ਼੍ਰੀ, ਗਿਆਨ ਪੀਠ ਅਵਾਰਡ
ਅਤੇ ਡੀ.ਲਿਟ ਦੀਆਂ ਆਨਰੇਰੀ ਡਿਗਰੀਆਂ ਸ਼ਾਮਿਲ ਹਨ। ਸਮੁੱਚੇ ਤੌਰ 'ਤੇ ਅੰਮ੍ਰਿਤਾ ਪ੍ਰੀਤਮ ਨੂੰ ਇਸਤਰੀ ਦੀ ਆਵਾਜ਼ ਕਿਹਾ ਜਾਂਦਾ ਹੈ। ਉਹ ਜਨ ਸਧਾਰਨ ਦੇ ਦੁੱਖਾਂ ਦਾ ਅਹਿਸਾਸ ਵੀ ਕਰਦੇ ਹਨ। ਇਸ ਸਰਮਾਏਦਾਰੀ ਸਮਾਜ ਵਿੱਚ ਇਸਤਰੀ ਦੀ ਦੁਰਦਸ਼ਾ ਬਾਰੇ ਲਿਖਦਿਆਂ ਆਪ ਦੀ ਕਲਮ ਸਿਖਰਾਂ ਨੂੰ ਛੂੰਹਦੀ ਹੈ। ਉਸ ਵਿੱਚ ਅਤਿਅੰਤ ਬਲ, ਵਿਅੰਗ ਅਤੇ ਨਿਹੋਰੇ ਵੀ ਆ ਜਾਂਦੇ ਹਨ। ਇਸ ਤੋਂ ਇਲਾਵਾ ਆਪ ਨੇ ਕਈ ਖੂਬਸੂਰਤ ਗੀਤ ਵੀ ਲਿਖੇ ਹਨ। ਅੰਤ 31 ਅਕਤੂਬਰ 2005 ਨੂੰ ਲੰਮੀ ਬਿਮਾਰੀ ਪਿੱਛੋਂ ਦਿੱਲੀ ਵਿਖੇ ਅੰਮ੍ਰਿਤਾ ਪ੍ਰੀਤਮ ਅਕਾਲ ਚਲਾਣਾ ਕਰ ਗਏ। ਸਾਡੇ 11ਵੀਂ ਜਮਾਤ ਦੇ 24ਵੀਂ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ 12 ਮਾਹ ਸ਼ਾਮਿਲ ਹੈ। 12 ਮਾਹ ਸ਼ਬਦ ਦਾ ਅਰਥ ਹੈ 12 ਮਹੀਨੇ, ਭਾਵ ਚੇਤ ਤੋਂ ਫੱਗਣ ਤੱਕ 12 ਦੇਸੀ ਮਹੀਨੇ। ਇਸ ਕਵਿਤਾ ਵਿੱਚ ਕਵਿੱਤਰੀ ਨੇ ਹਰਕਤ ਵਿੱਚ ਆ ਚੁੱਕੀ ਮਜ਼ਦੂਰ ਕਿਸਾਨ ਜਮਾਤ ਅਤੇ ਢਹਿ ਢੇਰੀ ਹੋ ਰਹੇ ਜਾਗੀਰਦਾਰੀ ਸਰਮਾਏਦਾਰੀ ਪ੍ਰਬੰਧ ਦਾ ਜ਼ਿਕਰ ਕੀਤਾ ਹੈ। ਕਵਿੱਤਰੀ ਨੇ ਸਾਮਰਾਜ ਦੇ ਸਰਮਾਏਦਾਰੀ ਦੀ ਲੁੱਟ ਵਿਰੁੱਧ ਮਜ਼ਦੂਰਾਂ ਦੇ ਉੱਠੇ ਹੋਏ ਇਨਕਲਾਬ ਦਾ ਤਰਾਨਾ ਗਾਇਆ ਹੈ। ਅੰਮ੍ਰਿਤਾ ਪ੍ਰੀਤਮ ਜੀ ਲਿਖਦੇ ਹਨ, ਕਿੱਕਰਾਂ ਵੇ ਕੰਡਿਆਲਿਆ ਉੱਤੋਂ ਚੜ੍ਹਿਆ ਚੇਤ, ਜਾਗ ਪਈਆਂ ਅੱਜ ਪੈਲੀਆਂ, ਜਾਗ ਪਏ ਅੱਜ ਖੇਤ। ਕਿੱਕਰਾਂ ਵੇ ਕੰਡਿਆਲਿਆ ਚੜ੍ਹਿਆ ਅੱਜ ਵਿਸਾਖ, ਸਾਮਰਾਜ ਦੇ ਮੂੰਹ 'ਤੇ ਉੱਡ ਉੱਡ ਪੈਂਦੀ ਰਾਖ। ਕਿੱਕਰਾਂ ਵੇ ਕੰਡਿਆਲਿਆ ਉੱਤੋਂ ਚੜ੍ਹਿਆ ਜੇਠ, ਉਸਲ ਵੱਟੇ ਭੰਨਦੀ ਧਰਤੀ ਤੇਰੇ ਹੇਠ। ਕਿੱਕਰਾਂ ਵੇ ਕੰਡਿਆਲਿਆ ਉੱਤੋਂ ਚੜ੍ਹਿਆ ਹਾੜ, ਕਿੰਨਾ ਕੁ ਚਿਰ ਹੰਢਦੀ ਕੱਖ ਕਾਣ ਦੀ ਆੜ। ਸਾਮਰਾਜ ਸ਼ਬਦ ਦਾ ਅਰਥ ਹੈ ਦੂਜੇ ਦੇਸ਼ ਨੂੰ ਗੁਲਾਮ ਕਰਨ ਵਾਲੀ ਹਕੂਮਤ। ਰਾਖ ਸ਼ਬਦ ਦਾ ਅਰਥ ਹੈ ਸੁਆਹ। ਆੜ ਸ਼ਬਦ ਦਾ ਅਰਥ ਹੈ ਆਸਰਾ ਜਾਂ ਓਟ। ਕਵਿੱਤਰੀ ਅੰਮ੍ਰਿਤਾ ਪ੍ਰੀਤਮ ਕਹਿੰਦੇ ਹਨ ਕਿ ਹੇ ਕੰਡਿਆਲਿਆ ਕਿੱਕਰਾ, ਚੇਤ ਦਾ ਮਹੀਨਾ ਆ ਗਿਆ ਹੈ। ਅੱਜ ਖੇਤਾਂ ਤੇ ਪੈਲੀਆਂ ਵਿੱਚ ਜਾਗਰਤੀ ਆ ਗਈ ਹੈ, ਅਰਥਾਤ ਖੇਤਾਂ ਵਿੱਚ ਕੰਮ ਕਰਨ ਵਾਲੇ ਕਾਮਿਆਂ ਅਤੇ ਕਿਸਾਨਾਂ ਵਿੱਚ ਆਪਣੇ ਹੱਕਾਂ ਪ੍ਰਤੀ ਜਾਗਰਤੀ ਪੈਦਾ ਹੋ ਗਈ ਹੈ। ਹੇ ਕੰਡਿਆਲੇ ਕਿੱਕਰਾ, ਵਿਸਾਖ ਦਾ ਮਹੀਨਾ ਚੜ੍ਹ ਪਿਆ ਹੈ। ਅੱਜ ਸਾਮਰਾਜ ਦੇ ਮੂੰਹ ਉੱਪਰ ਸੁਆਹ ਉੱਡ ਉੱਡ ਕੇ ਪੈ ਰਹੀ ਹੈ, ਭਾਵ ਸਾਮਰਾਜ ਦਾ ਖਾਤਮਾ ਹੋ ਰਿਹਾ ਹੈ। ਹੇ ਕੰਡਿਆਲਿਆ ਕਿੱਕਰਾ, ਉੱਤੋਂ ਜੇਠ ਦਾ ਮਹੀਨਾ ਚੜ੍ਹ ਪਿਆ ਹੈ। ਤੇਰੇ ਹੇਠ ਅੱਜ ਧਰਤੀ ਉਸਲ ਵੱਟੇ ਭੰਨ ਰਹੀ ਹੈ, ਭਾਵ ਕ੍ਰਾਂਤੀ ਲਈ ਤਿਆਰ ਹੋ ਰਹੀ ਹੈ। ਹੇ ਕੰਡਿਆਲੇ ਕਿੱਕਰਾ, ਉੱਤੋਂ ਹਾੜ ਦਾ ਮਹੀਨਾ ਚੜ੍ਹ ਪਿਆ ਹੈ। ਆਖਰ ਕੱਖ ਕਾਣ ਦੀ ਝੁੱਗੀ ਦੇ ਆਸਰੇ ਹੇਠ ਕਿੰਨਾ ਕੁ ਚਿਰ ਕੱਟਿਆ ਜਾ ਸਕਦਾ ਹੈ। ਇਹਨਾਂ ਵਿੱਚ ਰਹਿੰਦੇ ਕਿਰਤੀਆਂ ਨੇ ਆਖਰ ਆਪਣੇ ਹੱਕਾਂ ਲਈ ਘੋਲ ਕਰਨਾ ਹੀ ਹੈ। ਕਿੱਕਰਾਂ ਵੇ ਕੰਡਿਆਲਿਆ ਅੱਗੋਂ ਚੜ੍ਹਿਆ ਸੌਣ, ਦਾ ਵਾਨਲ ਹੈ ਸਮੇਂ ਦੀ ਰੋਕ ਸਕੇ ਅੱਜ ਕੌਣ। ਕਿੱਕਰਾਂ ਵੇ ਕੰਡਿਆਲਿਆ ਭਾਦੋਂ ਹੈ ਇਸ ਵੇਰ, ਵੇਲਣ ਵਿੱਚ ਨਪੀੜੀਆਂ ਛਿੱਲਾਂ ਉੱਗੀਆਂ ਫੇਰ। ਕਿੱਕਰਾਂ ਵੇ ਕੰਡਿਆਲਿਆ ਅੱਸੂ ਚੜ੍ਹਿਆ ਅੱਜ, ਅੱਜ ਨਾ ਲਾਰੇ ਲੱਗਦੇ ਅੱਜ ਨਾ ਪੈਂਦੇ ਭੱਜ। ਕਿੱਕਰਾਂ ਵੇ ਕੰਡਿਆਲਿਆ ਕੱਤਕ ਬਦਲੇ ਤੋਰ, ਨਵੇਂ
ਜੁੱਗਾਂ ਦੇ ਬੁੱਤ ਵਿੱਚ ਨਵੇਂ ਲਹੂ ਦਾ ਦੌਰ। ਦਾਵਾਨਲ ਸ਼ਬਦ ਦਾ ਅਰਥ ਹੈ ਜੰਗਲ ਦੀ ਅੱਗ ਜਿਹੜੀ ਨਾ ਬੁਝੇ ਅਤੇ ਜਿਹੜੀ ਜੰਗਲਾਂ ਵਿੱਚ ਹਨੇਰੀ ਚੱਲਣ ਨਾਲ ਬਾਂਸਾਂ ਦੀ ਰਗੜ ਤੋਂ ਪੈਦਾ ਹੁੰਦੀ ਹੈ। ਪਰ ਕਵਿਤਾ ਵਿੱਚ ਇਸ ਸ਼ਬਦ ਦਾ ਅਰਥ ਹੈ ਮਨੁੱਖ ਦਾ ਵਹਿਸ਼ੀਪੁਣਾ। ਤੋਰ ਸ਼ਬਦ ਦਾ ਅਰਥ ਹੈ ਤਰੀਕੇ। ਕਵਿੱਤਰੀ ਅੰਮ੍ਰਿਤਾ ਪ੍ਰੀਤਮ ਕਹਿੰਦੇ ਹਨ ਕਿ ਹੇ ਕੰਡਿਆਲੇ ਕਿੱਕਰ, ਅੱਗੋਂ ਸਾਵਣ ਦਾ ਮਹੀਨਾ ਚੜ੍ਹ ਪਿਆ ਹੈ। ਸਮੇਂ ਨੇ ਅੱਜ ਜੋ ਜੰਗਲ ਦੀ ਅੱਗ ਲਾ ਕੇ ਪੁਰਾਤਨਤਾ ਨੂੰ ਫੂਕਣਾ ਸ਼ੁਰੂ ਕੀਤਾ ਹੈ, ਉਸ ਨੂੰ ਕੋਈ ਰੋਕ ਨਹੀਂ ਸਕਦਾ। ਹੇ ਕੰਡਿਆਲੇ ਕਿੱਕਰਾਂ, ਹੁਣ ਭਾਦੋਂ ਦਾ ਮਹੀਨਾ ਚੜ੍ਹਿਆ ਹੈ। ਵੇਲਣ ਵਿੱਚ ਨਪੀੜ ਹੋ ਕੇ ਛਿੱਲਾਂ ਬਣੀਆਂ ਚੀਜ਼ਾਂ ਮੁੜ ਉੱਗ ਪਈਆਂ ਹਨ। ਭਾਵ ਨਪੀੜੇ ਅਤੇ ਦੱਬੇ ਕੁਚਲੇ ਕਿਰਤੀ ਕਿਸਾਨ ਜਾਗ ਪਏ ਹਨ। ਹੇ ਕੰਡਿਆਲੇ ਕਿੱਕਰਾਂ, ਅੱਜ ਅੱਸੂ ਦਾ ਮਹੀਨਾ ਚੜ੍ਹ ਪਿਆ ਹੈ। ਨਾ ਲਾਰੇ ਲਾ ਕੇ ਅਤੇ ਨਾ ਹੀ ਪੱਜ ਲਾ ਕੇ ਸਮੇਂ ਨੂੰ ਬਦਲਣ ਤੋਂ ਰੋਕਿਆ ਜਾ ਸਕਦਾ ਹੈ। ਹੇ ਕੰਡਿਆਲੇ ਕਿੱਕਰਾਂ, ਕੱਤਕ ਦੇ ਮਹੀਨੇ ਨੇ ਚੜ੍ਹਦਿਆਂ ਹੀ ਤੌਰ ਤਰੀਕੇ ਬਦਲ ਦਿੱਤੇ ਹਨ। ਨਵੇਂ ਯੁੱਗ ਦੇ ਬੁੱਤ ਵਿੱਚ ਨਵੇਂ ਦੌਰ ਦਾ ਲਹੂ ਦੌੜ ਰਿਹਾ ਹੈ, ਅਰਥਾਤ ਇਨਕਲਾਬੀ ਵਿਚਾਰਾਂ ਨੇ ਪੁਰਾਤਨਤਾ ਨੂੰ ਬਦਲ ਕੇ ਰੱਖ ਦਿੱਤਾ ਹੈ। ਕਿੱਕਰਾਂ ਵੇ ਕੰਡਿਆਲਿਆ ਮੱਘਰ ਚੜ੍ਹਿਆ ਆਣ, ਕੋਈ ਇੱਕ ਪੱਤਰੀ ਲੋਹੇ ਦੀ ਜੀਕਣ ਚੜ੍ਹਦੀ ਸਾਣ। ਕਿੱਕਰਾਂ ਵੇ ਕੰਡਿਆਲਿਆ ਉੱਤੋਂ ਚੜ੍ਹਿਆ ਪੋਹ, ਹੱਕ ਜਿਨ੍ਹਾਂ ਦੇ ਆਪਣੇ ਆਪ ਲੈਣਗੇ ਖੋਹ। ਕਿੱਕਰਾਂ ਵੇ ਕੰਡਿਆਲਿਆ ਉੱਤੋਂ ਚੜ੍ਹਿਆ ਮਾਘ, ਕਰਨ ਸਵਾਰੀ ਸਮੇਂ ਤੇ ਫੜਨ ਸਮੇਂ ਦੀ ਵਾਗ। ਕਿੱਕਰਾਂ ਵੇ ਕੰਡਿਆਲਿਆ ਫੱਗਣ ਚੜ੍ਹਿਆ ਆਣ, ਲੋਕਾਂ ਦੇ ਇਸ ਯੁੱਗ ਵਿੱਚ ਲੋਕ ਚੜ੍ਹਨ ਪ੍ਰਵਾਨ। ਸਮੇਂ ਦੀ ਵਾਗ ਭਾਵ ਸਮੇਂ ਨੂੰ ਨਿਯੰਤਰਣ ਕਰਨ ਦਾ ਵਸੀਲਾ। ਚੜ੍ਹਨ ਪ੍ਰਵਾਨ ਭਾਵ ਪੂਰਾ ਉਤਰਨਾ। ਕਵਿੱਤਰੀ ਅੰਮ੍ਰਿਤਾ ਪ੍ਰੀਤਮ ਕਹਿੰਦੇ ਹਨ ਕਿ ਹੇ ਕੰਡਿਆਲੇ ਕਿੱਕਰਾਂ, ਮੱਘਰ ਦਾ ਮਹੀਨਾ ਆ ਚੜ੍ਹਿਆ ਹੈ। ਇਹ ਇਸ ਤਰ੍ਹਾਂ ਚੜ੍ਹਿਆ ਹੈ ਜਿਵੇਂ ਕੋਈ ਲੋਹੇ ਦੀ ਪੱਤਰੀ ਤਿੱਖੀ ਕਰਨ ਲਈ ਸਾਣ ਉੱਤੇ ਚੜ੍ਹਾਈ ਜਾਂਦੀ ਹੈ, ਅਰਥਾਤ ਇਸ ਵਿੱਚ ਆਪਣੇ ਹੱਕ ਖੋਹਣ ਲਈ ਤਿਆਰ ਹੋ ਰਹੇ ਕਿਰਤੀ ਆਪਣੇ ਹਥਿਆਰ ਤਿੱਖੇ ਕਰ ਰਹੇ ਹਨ। ਹੇ ਕੰਡਿਆਲੇ ਕਿੱਕਰਾਂ, ਉੱਤੋਂ ਪੋਹ ਦਾ ਮਹੀਨਾ ਚੜ੍ਹ ਪਿਆ ਹੈ। ਜਿਨ੍ਹਾਂ ਦੇ ਹੱਕ ਆਪਣੇ ਹਨ ਉਹ ਆਪੇ ਹੀ ਖੋਹ ਲੈਣਗੇ। ਹੇ ਕੰਡਿਆਲੇ ਕਿੱਕਰਾਂ, ਉੱਤੋਂ ਮਾਘ ਦਾ ਮਹੀਨਾ ਚੜ੍ਹ ਪਿਆ ਹੈ। ਅੱਜ ਲੋਕ ਸਮੇਂ ਦੀ ਵਾਗ ਫੜ ਕੇ ਉਸ 'ਤੇ ਸਵਾਰੀ ਕਰ ਰਹੇ ਹਨ, ਅਰਥਾਤ ਅੱਜ ਦੇ ਜ਼ਮਾਨੇ ਵਿੱਚ ਉਹ ਕੁਝ ਹੋ ਰਿਹਾ ਹੈ ਜੋ ਲੋਕ ਚਾਹੁੰਦੇ ਹਨ। ਹੇ ਕੰਡਿਆਲੇ ਕਿੱਕਰਾਂ, ਫੱਗਣ ਦਾ ਮਹੀਨਾ ਆ ਗਿਆ ਹੈ। ਲੋਕਾਂ ਦੇ ਇਸ ਯੁੱਗ ਵਿੱਚ ਲੋਕ ਹੀ ਪੂਰੇ ਉਤਰ ਰਹੇ ਹਨ। ਇਹ ਸੀ ਅੰਮ੍ਰਿਤਾ ਪ੍ਰੀਤਮ ਦੀ ਲਿਖੀ ਹੋਈ ਕਵਿਤਾ 12ਵਾਂ। ਇਸ ਕਵਿਤਾ ਦਾ ਕੇਂਦਰੀ ਜਾਂ ਅੰਤਰੀਵ ਭਾਵ ਇਹ ਹੈ ਕਿ ਅੱਜ ਮਜ਼ਦੂਰ ਕਿਸਾਨ ਜਾਗ ਚੁੱਕੇ ਹਨ ਅਤੇ ਲੁਟੇਰੇ ਸਾਮਰਾਜ ਦਾ ਅੰਤ ਹੋ ਰਿਹਾ ਹੈ। ਅੱਜ ਦਾ ਯੁੱਗ ਲੋਕਾਂ ਦਾ ਯੁੱਗ ਹੈ। ਹੁਣ ਅਸੀਂ ਅੰਮ੍ਰਿਤਾ ਪ੍ਰੀਤਮ ਜੀ ਦੀ ਲਿਖੀ ਹੋਈ ਕਵਿਤਾ 12 ਮਾਹ ਦੇ ਵਿੱਚੋਂ ਕੁਝ ਅਭਿਆਸੀ ਪ੍ਰਸ਼ਨ ਅਤੇ ਉਹਨਾਂ ਪ੍ਰਸ਼ਨਾਂ ਦੇ ਉੱਤਰ ਦੇਖਾਂਗੇ। ਪਹਿਲਾ ਪ੍ਰਸ਼ਨ ਹੈ, 12 ਮਾਹ ਕਵਿਤਾ ਕਿਸ ਦੀ ਰਚਨਾ ਹੈ? ਇਸ ਪ੍ਰਸ਼ਨ ਦਾ ਉੱਤਰ ਹੈ
12ਵਾਂ ਕਵਿਤਾ ਅੰਮ੍ਰਿਤਾ ਪ੍ਰੀਤਮ ਦੀ ਰਚਨਾ ਹੈ। ਦੂਸਰਾ ਪ੍ਰਸ਼ਨ ਹੈ 12ਵਾਂ ਕਵਿਤਾ ਵਿੱਚ ਕਿੰਨੇ ਦੇਸੀ ਮਹੀਨਿਆਂ ਨੂੰ ਆਧਾਰ ਬਣਾਇਆ ਗਿਆ ਹੈ। ਇਸ ਪ੍ਰਸ਼ਨ ਦਾ ਉੱਤਰ ਹੈ 12ਵਾਂ ਕਵਿਤਾ ਵਿੱਚ 12 ਦੇਸੀ ਮਹੀਨਿਆਂ ਨੂੰ ਆਧਾਰ ਬਣਾਇਆ ਗਿਆ ਹੈ। ਅਗਲਾ ਪ੍ਰਸ਼ਨ ਹੈ 12ਵਾਂ ਤੋਂ ਕੀ ਭਾਵ ਹੈ। ਇਸ ਪ੍ਰਸ਼ਨ ਦਾ ਉੱਤਰ ਹੈ 12ਵਾਂ ਦਾ ਅਰਥ ਹੈ 12 ਦੇਸੀ ਮਹੀਨਿਆਂ ਦੇ ਆਧਾਰ ਤੇ ਲਿਖੀ ਗਈ ਕਵਿਤਾ। ਅਗਲਾ ਪ੍ਰਸ਼ਨ ਹੈ 12ਵਾਂ ਕਵਿਤਾ ਕਿਸ ਨੂੰ ਸੰਬੋਧਿਤ ਹੈ। ਇਸ ਪ੍ਰਸ਼ਨ ਦਾ ਉੱਤਰ ਹੈ 12ਵਾਂ ਕਵਿਤਾ ਕੰਡਿਆਲੇ ਕਿੱਕਰ ਨੂੰ ਸੰਬੋਧਿਤ ਹੈ। ਅਗਲਾ ਪ੍ਰਸ਼ਨ ਹੈ 12ਵਾਂ ਕਵਿਤਾ ਵਿਚਲੇ ਭਾਵ ਕਿਹੋ ਜਿਹੇ ਹਨ। ਇਸ ਪ੍ਰਸ਼ਨ ਦਾ ਉੱਤਰ ਹੈ 12ਵਾਂ ਕਵਿਤਾ ਵਿਚਲੇ ਭਾਵ ਪ੍ਰਗਤੀਵਾਦੀ ਹਨ। ਅਗਲਾ ਪ੍ਰਸ਼ਨ ਹੈ 12ਵਾਂ ਕਵਿਤਾ ਵਿੱਚ ਚੇਤ ਚੜ੍ਹਨ ਤੇ ਕੀ ਵਾਪਰਦਾ ਹੈ। ਇਸ ਪ੍ਰਸ਼ਨ ਦਾ ਉੱਤਰ ਹੈ 12ਵਾਂ ਕਵਿਤਾ ਵਿੱਚ ਚੇਤ ਚੜ੍ਹਨ ਤੇ ਕਿਸਾਨਾਂ ਵਿੱਚ ਜਾਗਰਤੀ ਆ ਜਾਂਦੀ ਹੈ। ਅਗਲਾ ਪ੍ਰਸ਼ਨ ਹੈ 12 ਦੇਸੀ ਮਹੀਨਿਆਂ ਦੇ ਨਾਂ ਤਰਤੀਬਵਾਰ ਲਿਖੋ। ਸਾਨੂੰ ਪਤਾ ਹੈ ਕਿ ਸਾਡੇ 12 ਅੰਗਰੇਜ਼ੀ ਮਹੀਨੇ ਹਨ, ਉਸੇ ਤਰ੍ਹਾਂ ਸਾਡੇ 12 ਦੇਸੀ ਮਹੀਨੇ ਹਨ। ਇਹ ਦੇਸੀ ਮਹੀਨੇ ਚੇਤ ਦੇ ਮਹੀਨੇ ਤੋਂ ਲੈ ਕੇ ਫੱਗਣ ਦੇ ਮਹੀਨੇ ਤੱਕ ਸਾਡੇ 12 ਦੇਸੀ ਮਹੀਨੇ ਹਨ। ਇਹਨਾਂ 12 ਦੇਸੀ ਮਹੀਨਿਆਂ ਦੇ ਤਰਤੀਬਵਾਰ ਨਾਂ ਇਸ ਤਰ੍ਹਾਂ ਹਨ ਚੇਤ, ਵਿਸਾਖ, ਜੇਠ, ਹਾੜ, ਸਾਉਣ, ਭਾਦੋਂ, ਅੱਸੂ, ਕੱਤਕ, ਮੱਘਰ, ਪੋਹ, ਮਾਘ ਅਤੇ ਅਖੀਰਲਾ ਦੇਸੀ ਮਹੀਨਾ ਹੈ ਫੱਗਣ। ਅਗਲਾ ਪ੍ਰਸ਼ਨ ਹੈ 12ਵਾਂ ਕਵਿਤਾ ਵਿੱਚ ਵੇਲਣ ਵਿੱਚ ਨਪੀੜੀਆਂ ਛਿੱਲਾਂ ਕਿਹਨਾਂ ਨੂੰ ਕਿਹਾ ਗਿਆ ਹੈ। ਇਸ ਪ੍ਰਸ਼ਨ ਦਾ ਉੱਤਰ ਹੈ 12ਵਾਂ ਕਵਿਤਾ ਵਿੱਚ ਵੇਲਣ ਵਿੱਚ ਨਪੀੜੀਆਂ ਛਿੱਲਾਂ ਮਜ਼ਦੂਰ ਕਿਸਾਨਾਂ ਨੂੰ ਕਿਹਾ ਗਿਆ ਹੈ। ਅਗਲਾ ਪ੍ਰਸ਼ਨ ਹੈ 12ਵਾਂ ਕਵਿਤਾ ਵਿੱਚ ਵਿਸਾਖ ਚੜ੍ਹਨ ਤੇ ਕੀ ਹੁੰਦਾ ਹੈ। ਇਸ ਪ੍ਰਸ਼ਨ ਦਾ ਉੱਤਰ ਹੈ ਸਾਮਰਾਜ ਦੀ ਦੁਰਗਤ। ਅਗਲਾ ਪ੍ਰਸ਼ਨ ਹੈ 12ਵਾਂ ਕਵਿਤਾ ਵਿੱਚ ਕਿਹਨਾਂ ਦੁਆਰਾ ਆਪਣੇ ਹੱਕ ਖੋਹਣ ਦੀ ਗੱਲ ਕਹੀ ਗਈ ਹੈ। ਇਸ ਪ੍ਰਸ਼ਨ ਦਾ ਉੱਤਰ ਹੈ 12ਵਾਂ ਕਵਿਤਾ ਵਿੱਚ ਹੱਕਾਂ ਵਾਲਿਆਂ ਦੁਆਰਾ ਆਪਣੇ ਹੱਕ ਖੋਹਣ ਦੀ ਗੱਲ ਕਹੀ ਗਈ ਹੈ। ਅਗਲਾ ਪ੍ਰਸ਼ਨ ਹੈ 12ਵਾਂ ਕਵਿਤਾ ਵਿੱਚ ਲੋਕਾਂ ਦੇ ਯੁੱਗ ਵਿੱਚ ਕਿਹਨਾਂ ਦੇ ਪ੍ਰਵਾਨ ਚੜ੍ਹਨ ਦੀ ਗੱਲ ਕਹੀ ਗਈ ਹੈ। ਇਸ ਪ੍ਰਸ਼ਨ ਦਾ ਉੱਤਰ ਹੈ 12ਵਾਂ ਕਵਿਤਾ ਵਿੱਚ ਲੋਕਾਂ ਦੇ ਯੁੱਗ ਵਿੱਚ ਆਮ ਲੋਕਾਂ ਦੇ ਪ੍ਰਵਾਨ ਚੜ੍ਹਨ ਦੀ ਗੱਲ ਕਹੀ ਗਈ ਹੈ। ਅਗਲਾ ਪ੍ਰਸ਼ਨ ਹੈ ਹੱਕ ਜਿਨ੍ਹਾਂ ਦੇ ਆਪਣੇ ਆਪ ਲੈਣਗੇ ਖੋਹ ਕਾਵ ਸਤਰ ਦਾ ਸੰਬੰਧ ਕਿਹੜੇ ਦੇਸੀ ਮਹੀਨੇ ਨਾਲ ਹੈ। ਇਸ ਪ੍ਰਸ਼ਨ ਦਾ ਉੱਤਰ ਹੈ ਹੱਕ ਜਿਨ੍ਹਾਂ ਦੇ ਆਪਣੇ ਆਪ ਲੈਣਗੇ ਖੋਹ ਕਾਵ ਸਤਰ ਦਾ ਸੰਬੰਧ ਦੇਸੀ ਮਹੀਨੇ ਪੋਹ ਨਾਲ ਹੈ। ਅਗਲਾ ਪ੍ਰਸ਼ਨ ਹੈ 12ਵਾਂ ਕਵਿਤਾ ਅਨੁਸਾਰ ਮੱਘਰ ਦਾ ਮਹੀਨਾ ਕਿਵੇਂ ਚੜ੍ਹਿਆ ਹੈ। ਇਸ ਪ੍ਰਸ਼ਨ ਦਾ ਉੱਤਰ ਹੈ 12ਵਾਂ ਕਵਿਤਾ ਅਨੁਸਾਰ ਮੱਘਰ ਦਾ ਮਹੀਨਾ ਇਸ ਤਰ੍ਹਾਂ ਚੜ੍ਹਿਆ ਹੈ ਜਿਵੇਂ ਕੋਈ ਲੋਹੇ ਦੀ ਪੱਤਰੀ ਤਿੱਖੀ ਕਰਨ ਲਈ ਸਾਣ ਉੱਤੇ ਚੜ੍ਹਾਈ ਜਾਂਦੀ ਹੈ, ਅਰਥਾਤ ਇਸ ਵਿੱਚ ਆਪਣੇ ਹੱਕ ਖੋਹਣ ਲਈ ਤਿਆਰ ਹੋ ਰਹੇ ਕਿਰਤੀ ਆਪਣੇ ਹਥਿਆਰ ਤਿੱਖੇ ਕਰ ਰਹੇ ਹਨ। ਅਗਲਾ ਪ੍ਰਸ਼ਨ ਹੈ 12ਵਾਂ ਕਵਿਤਾ ਅਨੁਸਾਰ ਕਿਹੜੇ ਮਹੀਨੇ ਨੇ ਚੜ੍ਹਦਿਆਂ ਹੀ ਤੌਰ ਤਰੀਕੇ ਬਦਲ ਦਿੱਤੇ ਹਨ। ਇਸ ਪ੍ਰਸ਼ਨ ਦਾ ਉੱਤਰ ਹੈ 12ਵਾਂ ਕਵਿਤਾ ਅਨੁਸਾਰ ਕੱਤਕ ਦੇ ਮਹੀਨੇ ਨੇ ਚੜ੍ਹਦਿਆਂ ਹੀ
ਤੌਰ ਤਰੀਕੇ ਬਦਲ ਦਿੱਤੇ ਹਨ। ਅਗਲਾ ਪ੍ਰਸ਼ਨ ਹੈ, ਕਿਹੜੇ ਮਹੀਨੇ ਵਿੱਚ ਧਰਤੀ ਉਸਲ ਵੱਟੇ ਭੰਨ ਰਹੀ ਹੈ, ਭਾਵ ਕ੍ਰਾਂਤੀ ਲਈ ਤਿਆਰ ਹੋ ਰਹੀ ਹੈ? ਇਸ ਪ੍ਰਸ਼ਨ ਦਾ ਉੱਤਰ ਹੈ ਜੇਠ ਦੇ ਮਹੀਨੇ ਵਿੱਚ ਧਰਤੀ ਉਸਲ ਵੱਟੇ ਭੰਨ ਰਹੀ ਹੈ, ਭਾਵ ਕ੍ਰਾਂਤੀ ਲਈ ਤਿਆਰ ਹੋ ਰਹੀ ਹੈ। ਅਗਲਾ ਪ੍ਰਸ਼ਨ ਹੈ, 12ਵਾਂ ਕਵਿਤਾ ਦਾ ਕੇਂਦਰੀ ਭਾਵ ਲਿਖੋ। ਇਸ ਪ੍ਰਸ਼ਨ ਦਾ ਉੱਤਰ ਹੈ 12ਵਾਂ ਕਵਿਤਾ ਦਾ ਕੇਂਦਰੀ ਭਾਵ ਇਹ ਹੈ ਕਿ ਅੱਜ ਮਜ਼ਦੂਰ ਕਿਸਾਨ ਜਾਗ ਚੁੱਕੇ ਹਨ ਤੇ ਲੁਟੇਰੇ ਸਾਮਰਾਜ ਦਾ ਅੰਤ ਹੋ ਰਿਹਾ ਹੈ। ਅੱਜ ਲੋਕਾਂ ਦਾ ਯੁੱਗ ਹੈ। ਅਗਲਾ ਪ੍ਰਸ਼ਨ ਹੈ, ਕਿੰਨਾ ਕੁ ਚਿਰ ਹੰਢਦੀ ਕੱਖ ਕਾਣ ਦੀ ਆੜ ਇਹ ਕਾਵ ਸਤਰ ਕਿਹੜੇ ਮਹੀਨੇ ਵਿੱਚੋਂ ਲਈ ਗਈ ਹੈ? ਇਸ ਪ੍ਰਸ਼ਨ ਦਾ ਉੱਤਰ ਹੈ, ਕਿੰਨਾ ਕੁ ਚਿਰ ਹੰਢਦੀ ਕੱਖ ਕਾਣ ਦੀ ਆੜ ਇਹ ਕਾਵ ਸਤਰ ਹਾੜ ਦੇ ਮਹੀਨੇ ਵਿੱਚੋਂ ਲਈ ਗਈ ਹੈ। ਅਗਲਾ ਪ੍ਰਸ਼ਨ ਹੈ, ਕਿੱਕਰਾਂ ਵੇ ਕੰਡਿਆਲਿਆ ਉੱਤੋਂ ਚੜਿਆ ਮਾਘ, ਕਰਨ ਸਵਾਰੀ ਸਮੇਂ ਤੇ ਫੜਨ ਸਮੇਂ ਦੀ ਵਾਗ। ਕਾਵ ਟੋਟੇ ਦੇ ਕੀ ਅਰਥ ਹਨ? ਇਸ ਪ੍ਰਸ਼ਨ ਦਾ ਉੱਤਰ ਹੈ, ਕਿੱਕਰਾਂ ਵੇ ਕੰਡਿਆਲਿਆ ਉੱਤੋਂ ਚੜਿਆ ਮਾਘ, ਕਰਨ ਸਵਾਰੀ ਸਮੇਂ ਤੇ ਫੜਨ ਸਮੇਂ ਦੀ ਵਾਗ। ਕਾਵ ਟੋਟੇ ਦੇ ਅਰਥ ਇਸ ਤਰ੍ਹਾਂ ਹਨ ਕਿ ਹੇ ਕੰਡਿਆਲੇ ਕਿੱਕਰਾ, ਉੱਤੋਂ ਮਾਘ ਦਾ ਮਹੀਨਾ ਚੜ੍ਹ ਪਿਆ ਹੈ। ਅੱਜ ਲੋਕ ਸਮੇਂ ਦੀ ਵਾਗ ਫੜ ਕੇ ਉਸ 'ਤੇ ਸਵਾਰੀ ਕਰ ਰਹੇ ਹਨ, ਅਰਥਾਤ ਅੱਜ ਦੇ ਜ਼ਮਾਨੇ ਵਿੱਚ ਉਹ ਕੁਝ ਹੋ ਰਿਹਾ ਹੈ ਜੋ ਲੋਕ ਚਾਹੁੰਦੇ ਹਨ। ਅਗਲਾ ਪ੍ਰਸ਼ਨ ਹੈ, ਨਵੇਂ ਯੁੱਗਾਂ ਦੇ ਬੁੱਤ ਵਿੱਚ ਨਵੇਂ ਲਹੂ ਦਾ ਦੌਰ ਕਾਵ ਸਤਰ ਦਾ ਕੀ ਭਾਵ ਹੈ? ਇਸ ਪ੍ਰਸ਼ਨ ਦਾ ਉੱਤਰ ਹੈ, ਨਵੇਂ ਯੁੱਗਾਂ ਦੇ ਬੁੱਤ ਵਿੱਚ ਨਵੇਂ ਲਹੂ ਦਾ ਦੌਰ ਕਾਵ ਸਤਰ ਦਾ ਭਾਵ ਇਹ ਹੈ ਕਿ ਨਵੇਂ ਯੁੱਗ ਦੇ ਬੁੱਤ ਵਿੱਚ ਨਵੇਂ ਦੌਰ ਦਾ ਲਹੂ ਦੌੜ ਰਿਹਾ ਹੈ, ਅਰਥਾਤ ਇਨਕਲਾਬੀ ਵਿਚਾਰਾਂ ਨੇ ਪੁਰਾਤਨਤਾ ਨੂੰ ਬਦਲ ਕੇ ਰੱਖ ਦਿੱਤਾ ਹੈ। ਅਗਲਾ ਪ੍ਰਸ਼ਨ ਹੈ, 12ਵਾਂ ਕਵਿਤਾ ਵਿੱਚ ਕਵਿੱਤਰੀ ਅੰਮ੍ਰਿਤਾ ਪ੍ਰੀਤਮ ਨੇ ਕਿਸ ਚੀਜ਼ ਦਾ ਜ਼ਿਕਰ ਕੀਤਾ ਹੈ? ਇਸ ਪ੍ਰਸ਼ਨ ਦਾ ਉੱਤਰ ਹੈ, ਇਸ ਕਵਿਤਾ ਵਿੱਚ ਕਵਿੱਤਰੀ ਨੇ ਜਾਗ੍ਰਿਤ ਵਿੱਚ ਆ ਚੁੱਕੀ ਮਜ਼ਦੂਰ ਕਿਸਾਨ ਜਮਾਤ ਅਤੇ ਢਹਿ ਢੇਰੀ ਹੋ ਰਹੇ ਜਾਗੀਰਦਾਰੀ ਸਰਮਾਏਦਾਰੀ ਪ੍ਰਬੰਧ ਦਾ ਜ਼ਿਕਰ ਕੀਤਾ ਹੈ। ਅਗਲਾ ਪ੍ਰਸ਼ਨ ਹੈ, ਅੰਮ੍ਰਿਤਾ ਪ੍ਰੀਤਮ ਕਿਸ ਕਾਵਧਾਰਾ ਦੀ ਕਵਿੱਤਰੀ ਹੈ? ਇਸ ਪ੍ਰਸ਼ਨ ਦਾ ਉੱਤਰ ਹੈ, ਅੰਮ੍ਰਿਤਾ ਪ੍ਰੀਤਮ ਆਧੁਨਿਕ ਕਾਵਧਾਰਾ ਦੀ ਕਵਿੱਤਰੀ ਹੈ। ਇਹ ਸੀ ਕਵਿੱਤਰੀ ਅਤੇ ਵਾਰਤਕਾਰ ਅੰਮ੍ਰਿਤਾ ਪ੍ਰੀਤਮ ਜੀ ਦੀ ਲਿਖੀ ਹੋਈ ਕਵਿਤਾ 12 ਮਾਹ। ਇਸ ਕਵਿਤਾ ਵਿੱਚ ਕਵਿੱਤਰੀ ਨੇ ਚੇਤ ਤੋਂ ਫੱਗਣ ਤੱਕ 12 ਦੇਸੀ ਮਹੀਨਿਆਂ ਵਿੱਚ ਹਰਕਤ ਵਿੱਚ ਆ ਚੁੱਕੀ ਮਜ਼ਦੂਰ ਕਿਸਾਨ ਜਮਾਤ ਅਤੇ ਢਹਿ ਢੇਰੀ ਹੋ ਰਹੇ ਜਾਗੀਰਦਾਰੀ ਪ੍ਰਬੰਧ ਦਾ ਜ਼ਿਕਰ ਕੀਤਾ ਹੈ, ਜਿਸ ਵਿੱਚ ਸਾਮਰਾਜ ਦਾ ਖਾਤਮਾ ਹੋ ਰਿਹਾ ਹੈ। ਸਮੇਂ ਨੇ ਜੋ ਦਾਵਾਨਲ ਦੀ ਅੱਗ ਲਾ ਕੇ ਪੁਰਾਤਨਤਾ ਨੂੰ ਫੂਕਣਾ ਸ਼ੁਰੂ ਕੀਤਾ ਹੈ, ਉਸ ਨੂੰ ਕੋਈ ਨਹੀਂ ਰੋਕ ਸਕਦਾ। ਅੱਜ ਦੱਬੇ ਕੁਚਲੇ ਕਿਸਾਨ ਜਾਗ ਪਏ ਹਨ। ਅੱਜ ਨਾ ਲਾਰੇ ਲਾ ਕੇ ਅਤੇ ਨਾ ਹੀ ਪੱਜ ਲਾ ਕੇ ਸਮੇਂ ਨੂੰ ਬਦਲਣ ਤੋਂ ਰੋਕਿਆ ਜਾ ਸਕਦਾ ਹੈ। ਅੱਜ ਜਿਨ੍ਹਾਂ ਦੇ ਹੱਕ ਹਨ ਉਹਨਾਂ ਨੇ ਆਪੇ ਹੀ ਖੋਹ ਲੈਣੇ ਹਨ, ਕਿਉਂਕਿ ਅੱਜ ਲੋਕਾਂ ਦਾ ਯੁੱਗ ਹੈ। ਲੋਕ ਸਮੇਂ ਦੀ ਵਾਗ ਫੜ ਕੇ ਉਸ ਉੱਤੇ ਸਵਾਰੀ ਕਰ ਰਹੇ ਹਨ।
ਧੰਨਵਾਦ।